मेन क्वेश्चंस मेरे को दो होंदे आ सानू पता भी इत्थे लोकी बहुत अनडॉक्यूमेंटेड भी आ जेडे तुसीं सो कहो भी इलीगली आ तुसीं जवाब दिओ अप्लाई कर सकदे आ up to $20,000 non repayable TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਮਿਨਿਸਟਰ ਆਫ ਜੌਬਸ ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ ਰਵੀ ਕਾਹਲੋਂ ਹੋਰਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਕਿਉਂਕਿ ਅੱਜ ਉਹਨਾਂ ਦੀ ਮਿਨਿਸਟਰੀ ਨੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਹੈ। ਕੱਲ ਉਹਨਾਂ ਨੇ ਜਿਹੜੇ ਸਮਾਲ ਬਿਜ਼ਨਸ ਨੇ ਛੋਟੇ ਬਿਜ਼ਨੈਸਿਸ ਨੇ ਜਿਨ੍ਹਾਂ ਵਿੱਚ ਰੈਸਟੋਰੈਂਟ ਨੇ ਬਾਰ ਨੇ ਤੇ ਕੁਝ ਹੋਰ ਬਿਜ਼ਨੈਸਿਸ ਆਉਂਦੇ ਨੇ ਉਹਨਾਂ ਵਾਸਤੇ ਕੁਝ ਨਵੀਆਂ ਅਨਾਉਂਸਮੈਂਟਸ ਕੀਤੀਆਂ ਸਨ ਤੇ ਅੱਜ $500 ਬਿਲੀਅਨ $500 ਮਿਲੀਅਨ ਦੀ ਉਹਨਾਂ ਦੀ ਮਿਨਿਸਟਰੀ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੈ। ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਕੋਵਿਡ ਨੂੰ ਇਸ ਵਕਤ ਠੱਲ ਪਾਉਣ ਵਾਸਤੇ BC ਸਰਕਾਰ ਕੀ ਕਰ ਰਹੀ ਹੈ, ਲੋਕਾਂ ਦੀ ਬਾਂਹ ਕਿਵੇਂ ਫੜ ਰਹੀ ਹੈ, ਟੀਕਾਕਰਨ ਮੁਹਿੰਮ ਕਿਵੇਂ ਚੱਲ ਰਹੀ ਹੈ ਅਤੇ ਜੇਕਰ ਲੋਕਾਂ ਨੇ ਟੀਕੇ ਲਵਾਉਣੇ ਹੋਣ ਤਾਂ ਉਹ ਕਿੱਥੇ ਜਾ ਸਕਦੇ ਹੈ। ਆਓ ਸਭ ਤੋਂ ਪਹਿਲਾਂ ऑनरेबल मिनिस्टर रवि काहलों होरां दा स्वागत करिए तो फिर उन्हां तों ये जानकारी लवांगे। जी हाँ, सत श्री अकाल जी। सत श्री अकाल दविंदर जी। काहलों साहब, मैनूं पता है कि इस वक्त दुनिया भर दे विच सिचुएशन कोई बहुती वधिया नहीं, पर जिस प्रोविंस विच आपां रहिंदे हैं फिर भी बहुत सारे मुल्कां दे नालों बहुत सारे प्रोविंसिस दे नालों अपनी स्थिति बहुत वधिया है। सब तो पहला तो मैनूं ये दस्सिओ कि कोविड नूं लैके बहुत सारे लोग पैनिक भी है, बहुत सारे लोगों नूं हाले तक ये नहीं पता कि वैक्सीन कदों लगनी है, की सिचुएशन चल रही है, किवें वैक्सीनेशन दा चल रहा है जी? दविंदर जी देखो असीं बहुत ही लकी हाँ भी असीं BC विच लैंदे हां। हुण सारे वर्ल्ड विच देखो, इंडिया च देखो कितना हाल माड़ा हो रहा ते बहुत ही असीं कंसर्नड हाँ। सानू पता असीं इत्थे रहिंदे असीं लकी हाँ, पर सानू उत्थे दा भी सोचना पैंदा भी उत्थे भी किद्दां सर्वाइव कर रहे लोकी। देखो मेन क्वेश्चंस मेरे को दो होंदे आ। एक भी मैनूं लोकी पुछदे रवि वैक्सीन किहड़ी लई है भी ਉਹ ਐਸਟਰਾਜ਼ੈਨੇਕਾ ਲਈਏ ਦੂਜੀ ਲਈਏ ਤੇ ਮੈਂ ਸਾਰਿਆਂ ਨੂੰ ਸੇਮ ਐਡਵਾਈਸ ਦਿੰਦਾ ਵੀ ਜਿਹੜੀ ਤੁਹਾਨੂੰ ਪਹਿਲਾਂ ਮਿਲਦੀ ਹੈ ਨਾ ਉਹ ਬੈਸਟ ਵਨ ਆ। ਸਾਰੀ ਤਿੰਨ ਵੈਕਸੀਨਸ ਜਿਹੜੀਆਂ 100% ਇਫੈਕਟਿਵ ਆ ਟੂ ਇਨਸ਼ੋਰ ਵੀ ਤੁਹਾਨੂੰ ਹਸਪੀਟਲ ਨਹੀਂ ਜਾਣਾ ਪਊਗਾ ਤੇ ਵਰਸਟ ਕੇਸ ਤੁਹਾਨੂੰ ਕੋਈ ਡੈਥ ਨਹੀਂ ਹੋਊਗੀ। ਸੋ ਸਾਰੇ ਜਿਹੜੇ 3 ਵੈਕਸੀਨਸ ਆ ਬੈਸਟ ਆ। ਜਿਹੜਾ ਵੀ ਤੁਹਾਨੂੰ ਪਹਿਲਾਂ ਮਿਲਦਾ ਪਲੀਜ਼ ਓਪਰਚੁਨਿਟੀ ਲਓ। ਹੁਣ ਅਸੀਂ ਅੱਜ ਪੌਪ ਅਪ ਕਲੀਨਿਕ ਸ਼ੁਰੂ ਕੀਤੇ ਆ ਸਰੀ ਵਿੱਚ, Coquitlam which under 30-year-olds and above any person जाके उत्थे वैक्सीन ला सकदा। So तुसी रजिस्टर कर सकदे हो वैबसाइट तो, तुसी अपनी लोकल फार्मेसी तो जाके ला सकदे हो और जिहड़ी नवीं पॉप अप क्लिनिक्स मिलियां ते मैं सारिआं नूं बेनती करदा प्लीज जिन्ने चिर वैक्सीनेशन नहीं हो रही पब्लिक विच उन्ने चिर केसेस ड्रॉप नहीं होने। सो मैं सारिआं नूं बेनती करदा भी प्लीज जिहड़ा भी वैक्सीन मिलदा लओ ਤੇ ਸੇਫ ਰਹੋ ਬਿਕਾਜ਼ ਸਾਡੀ ਕਮਿਊਨਿਟੀ ਸਾਡੀ ਇਕਨੋਮੀ ਸਾਰੇ ਅਸੀਂ ਇਕੱਠੇ ਆ ਇਸ ਸਿਚੁਏਸ਼ਨ ਵਿੱਚ। ਅੱਛਾ ਮਿਨਿਸਟਰ, ਇਹ ਦੱਸਿਓ ਮੈਨੂੰ, ਬਹੁਤ ਸਾਰੇ ਦਰਸ਼ਕ ਕਈ ਵਾਰੀ ਸਾਡੇ ਕੋਲ ਸਵਾਲ ਆ ਜਾਂਦੇ ਆ। ਆਪਾਂ ਨੂੰ ਪਤਾ ਹੈ ਕਿ ਜਿਹੜਾ ਸਟੂਡੈਂਟ ਆ ਵਰਕ ਪਰਮਿਟ ਹੋਲਡਰ ਹੈ, PR ਹੈ, ਕੈਨੇਡੀਅਨ ਸਿਟੀਜ਼ਨ ਆ, ਉਹਨੂੰ ਤਾਂ ਵੈਕਸੀਨੇਸ਼ਨ ਹੋ ਰਹੀ ਹੈ, ਪਰ ਬਹੁਤ ਸਾਰੇ ਲੋਕ ਵਿਜ਼ਿਟ ਕਰਨ ਆਏ ਸੀ ਪਰ ਉਹ ਸਟਕ ਹੋ ਕੇ ਰਹਿ ਗਏ ਹੈ ਕਿ ਜਿਹੜੇ ਵਿਜ਼ਿਟਰ ਆਏ ਹੋਏ ਨੇ ਉਹਨਾਂ ਦੀ ਵੀ ਵੈਕਸੀਨ ਲੱਗ ਸਕਦੀ ਹੈ ਜਾਂ ਨਹੀਂ? ਜਿਹੜੇ ਵਿਜ਼ਿਟਰਸ ਆਏ ਆ ਉਹ ਵੀ ਵੈਕਸੀਨੇਸ਼ਨ ਕਰ ਸਕਦੇ ਆ। ਅਸੀਂ ਲਿਮਿਟ ਨਹੀਂ ਕਰਦੇ ਵੀ ਇਹ ਪਰਸਨ ਸਿਟੀਜ਼ਨ ਆ ਕਿ ਨਹੀਂ। ਸਾਨੂੰ ਪਤਾ ਵੀ ਇੱਥੇ ਲੋਕੀ ਬਹੁਤ ਅਨਡਾਕੂਮੈਂਟਡ ਵੀ ਆ ਜਿਹੜੇ ਤੁਸੀਂ ਸੋ ਕਹੋ ਵੀ ਇਲੀਗਲੀ ਆ ਔਰ ਉਹਨਾਂ ਕੋਲ ਪਾਸਪੋਰਟ ਨਹੀਂ ਹੈਗਾ ਤੇ ਉਹ ਵੀ ਵੈਕਸੀਨੇਸ਼ਨ ਲਾ ਸਕਦੇ ਆ। ਬਿਕਾਜ਼ ਸਾਡਾ ਸਿਸਟਮ ਅਸੀਂ ਡਿਜ਼ਾਈਨ ਕੀਤਾ, ਅਸੀਂ ਇਹ ਨਹੀਂ ਕਿਹਾ ਵੀ ਓਨਲੀ ਸਿਟੀਜ਼ਨ। ਸਾਨੂੰ ਪਤਾ ਵੀ ਲੋਕੀ ਹੈਗੇ ਆ ਜਿਹੜੇ ਲੀਗਲੀ ਇੱਥੇ ਹੈਗੇ ਆ, ਪਰ ਅਸੀਂ ਉਹਨਾਂ ਲਈ ਵੀ ਓਪਰਚੁਨਿਟੀ ਕ੍ਰੀਏਟ ਕਰ ਰਹੇ ਹਾਂ ਵੈਕਸੀਨੇਸ਼ਨ ਲਈ। ਬਿਕਾਜ਼ ਜੇ ਉਹ ਨਹੀਂ ਸੇਫ ਪਬਲਿਕ ਨਹੀਂ ਸੇਫ, ਅਸੀਂ ਸਾਰੇ ਇਕੱਠੇ ਆ ਸਿਚੁਏਸ਼ਨ ਵਿੱਚ। ਸੋ ਜੇ ਕੋਈ ਸਿਚੁਏਸ਼ਨ ਜਿੱਦਾਂ ਹੈਗੀ ਹੈ ਤੁਸੀਂ ਆਪਣੇ ਲੋਕਲ MLA ਤੋਂ ਪਤਾ ਕਰ ਸਕਦੇ ਹੋ ਤੇ ਜੇ ਏਜ ਗਰੁੱਪ ਵਿੱਚ ਆ ਗਿਆ ਤੇ ਵੈਕਸੀਨ ਅਵੇਲੇਬਲ ਆ ਜੀ। ਸੋ ਹੁਣ ਆਪਾਂ ਗੱਲ ਕਰੀਏ ਕਿਉਂਕਿ ਆਪਾਂ ਵੇਖ ਰਹੇ ਹਾਂ ਕਿ ਲਗਾਤਾਰ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ, ਕਈ ਕਾਰੋਬਾਰ ਜਿਹੜੀਆਂ ਆਪਣੀਆਂ ਪਾਬੰਦੀਆਂ ਲੱਗੀਆਂ ਨੇ ਉਹਦੇ ਕਾਰਨ ਬੰਦ ਕਰਨੇ ਪੈ ਗਏ, ਖਾਸ ਕਰਕੇ ਸਮਾਲ ਬਿਜ਼ਨਸ ਦੀ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਤੁਹਾਡੇ ਕੋਲੇ ਇਕਨੋਮਿਕ ਰਿਕਵਰੀ ਦਾ ਤੁਹਾਡੇ ਕੋਲ ਮਹਿਕਮਾ ਹੈ
ਤੇ ਤੁਸੀਂ ਸਿੱਧੇ ਉਸ ਚੀਜ਼ ਨਾਲ ਤਾਲੁਕ ਰੱਖਦੇ ਹੋ, ਜੇ ਨਾ ਵੀ ਮਹਿਕਮਾ ਹੁੰਦਾ ਤੇ ਤਾਂ ਵੀ ਇਹ ਤੁਸੀਂ ਸਰਕਾਰ ਵਿੱਚੋਂ ਤੁਸੀਂ ਜਵਾਬ ਦਿਓ, ਉਹਨਾਂ ਵਾਸਤੇ ਕੀ ਕਰ ਰਹੀ ਹੈ ਜੀ ਸਰਕਾਰ? well ਦੇਖੋ ਇਹ ਜਿਹੜੀ ਸਾਡੀ ਹੁਣ ਇਕਨੋਮੀ ਆ ਪੈਂਡੈਮਿਕ ਵਿੱਚ, ਇਹ ਦੋ ਸਟੋਰੀਆਂ ਆ। ਇੱਕ ਸਟੋਰੀ ਬਿਜ਼ਨੈਸਸ ਬਹੁਤ ਵਧੀਆ ਕਰ ਰਹੇ ਆ ਜੀ, ਮੈਜੋਰਿਟੀ ਬਿਜ਼ਨੈਸਸ ਬਹੁਤ ਸਟਰੋਂਗ ਆ ਤੇ ਉਹਨਾਂ ਦੇ ਪ੍ਰੋਫਿਟਸ ਬਹੁਤ ਹਾਈ ਆ ਤੇ ਇਨਫੈਕਟ ਜੌਬਾਂ ਬਹੁਤ ਹਾਇਰ ਕਰ ਰਹੇ ਆ, ਲੋਕੀ ਨੂੰ ਬਹੁਤ ਹਾਇਰ ਕਰ ਰਹੇ ਆ। ਜਿਹੜੇ ਸਾਡੇ ਰੈਸਟੋਰੈਂਟਸ ਆ, ਜਿਹੜੇ ਟੂਰਿਜ਼ਮ ਵਿੱਚ ਆ, ਉਹਨਾਂ ਦਾ ਬਹੁਤ ਹਾਲ ਮਾੜਾ, ਬਿਕਾਜ਼ ਜਿੰਨੀ ਚਿਰ ਟੂਰਿਸਟ ਨਹੀਂ ਆ ਸਕਦੇ, ਜਿੰਨੀ ਚਿਰ ਰੈਸਟੋਰੈਂਟ ਵਿੱਚ ਅੰਦਰ ਜਾ ਕੇ ਡਾਈਨਿੰਗ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਮੁਸ਼ਕਲ ਟਾਈਮ ਹੋਣਾ। ਅਸੀਂ ਮੰਡੇ ਜਿਹੜਾ ਸਰਕਿਟ ਬ੍ਰੇਕਰ ਗ੍ਰਾਂਟ ਪ੍ਰੋਗਰਾਮ ਅਨਾਉਂਸ ਕੀਤਾ ਸੋ ਦੈਟ ਜਿਹੜੇ ਵੀ ਬਿਜ਼ਨਸ ਆ, ਰੈਸਟੋਰੈਂਟ, ਬਾਰਸ, ਜਿਮ ਫੈਸਿਲਿਟੀਜ਼, ਜਿਨ੍ਹਾਂ ਨੂੰ ਇਹ ਜਿਹੜਾ ਰੀਸੈਂਟ ਸਰਕਿਟ ਬ੍ਰੇਕਰ ਨਾਲ ਪ੍ਰੈਸ਼ਰ ਪਿਆ, ਉਹ ਅਪਲਾਈ ਕਰ ਸਕਦੇ ਆ ਅਪ ਟੂ $20,000 ਨਾਨ ਰੀਪੇਏਬਲ। ਸੋ ਇਹ ਨਹੀਂ ਵੀ ਤੁਹਾਨੂੰ ਲੋਨ ਦੇ ਰਹੇ ਆ, ਅੱਛਾ ਨਾਨ ਰੀਪੇਏਬਲ ਹੈ, ਮੁੜ ਕੇ ਦੇਣਾ ਨਹੀਂ, ਮੁੜ ਕੇ ਦੇਣਾ ਨਹੀਂ, ਅਪਲਾਈ ਕਰੋ। ਇਹ ਕੈਸ਼ ਇੰਜੈਕਸ਼ਨ ਹੈ ਤੁਹਾਡੇ ਬਿਜ਼ਨਸ ਵਿੱਚ, ਸੋ ਦੈਟ ਇਹ ਜਿਹੜੇ ਅਗਲੇ ਮਹੀਨਾ ਜਿਹੜਾ ਡਿਫਿਕਲਟ ਟਾਈਮ ਆ ਤੁਸੀਂ ਲੰਘ ਸਕੋ, ਸੋ ਦੈਟ ਜਦੋਂ ਅਸੀਂ ਰੂਲਸ ਹੋਪਫੁਲੀ ਲੂਸਨ ਕਰਾਂਗੇ ਤੇ ਤੁਹਾਡੀ ਬਿਜ਼ਨਸ ਸਕਸੈਸਫੁਲ ਹੋ ਸਕਦੀ ਹੈ। ਸੋ ਮਨੀ ਅਵੇਲੇਬਲ ਆ ਤੇ ਮੈਂ ਇਨਕਰੇਜ ਕਰਦਾ ਬਿਜ਼ਨਸਸ ਨੂੰ ਈਜ਼ੀਲੀ ਤੁਸੀਂ ਆ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ, ਪਰ ਜੇ ਕੋਈ ਡਿਫਿਕਲਟੀ ਹੈਗੀ ਹੈ ਤੁਸੀਂ ਆਪਣੇ ਲੋਕਲ MLA ਆਫਿਸ ਔਰ MP ਆਫਿਸ ਤੇ ਜਾ ਕੇ ਉਹਨਾਂ ਕੋਲ ਹੈਲਪ ਲੈ ਸਕਦੇ ਹੋ। ਅੱਛਾ ਇੱਕ ਹੋਰ ਦੱਸਿਓ, ਤੁਸੀਂ ਇਹ ਤਾਂ ਦੱਸ ਦਿੱਤਾ ਕਿ ਜਿਹੜੇ ਸਮਾਲ ਬਿਜ਼ਨੈਸਿਸ ਨੇ ਉਹਨਾਂ ਵਾਸਤੇ ਤੁਸੀਂ ਇਹ ਐਲਾਨ ਕਰ ਦਿੱਤਾ, ਇਹ ਚੰਗੀ ਗੱਲ ਹੈ ਕਿ ਮੈਨੂੰ ਪਤਾ ਹੈ ਰੈਸਟੋਰੈਂਟ ਵਾਲੇ ਤਾਂ ਉਹ ਤਾਂ ਵਿਚਾਰੇ ਇਸ ਵਕਤ ਰੋ ਰਹੇ ਨੇ, ਬੜਾ ਬੁਰਾ ਹਾਲ ਹੈ ਤੇ ਉਹਨਾਂ ਦੀ ਜਿਹੜੀ ਇਹ ਬਾਂਹ ਫੜਨ ਦੀ ਜ਼ਰੂਰਤ ਵੀ ਸੀ। ਤੇ ਇਹਦੇ ਨਾਲ ਅੱਜ ਇੱਕ ਹੋਰ ਖਬਰ ਮਿਲ ਰਹੀ ਸੀ, ਕੋਈ ਨਵੀਂ ਫੰਡਿੰਗ ਘੱਟੋ ਘੱਟ $500 ਮਿਲੀਅਨ, $500 ਮਿਲੀਅਨ ਦੀ ਤੁਸੀਂ ਅਨਾਉਂਸ ਕੀਤੀ ਹੈ, ਉਹ ਕਿਹੜੇ ਮਸਲੇ 'ਚ ਕੀਤੀ ਹੈ ਜੀ? ਉਹ ਦੇਖੋ ਸਾਡਾ ਮੇਨ ਫੋਕਸ ਐਜ਼ ਅ ਗਵਰਨਮੈਂਟ ਇਸ ਟਾਈਮ ਤੇ ਰਿਹਾ ਵੀ ਜਿਹੜੇ ਹੁਣ ਸਿਚੁਏਸ਼ਨ ਆ ਸਾਡੀ ਬਿਜ਼ਨੈਸਸ ਤੇ ਪੀਪਲ ਨੂੰ ਸਪੋਰਟ ਕਰਨ ਲਈ, ਅਸੀਂ ਹਾਈਐਸਟ ਇਨ ਦ ਕੰਟਰੀ ਸਪੋਰਟਸ BC ਵਿੱਚ ਕਰ ਰਹੇ ਹਾਂ, ਬਟ ਆਲਸੋ ਬਿਕਾਜ਼ ਮੇਰੀ ਮਿਨਿਸਟਰੀ ਦੀ ਇਕਨੋਮਿਕ ਰਿਕਵਰੀ ਆ, ਸਾਨੂੰ ਆਲਸੋ ਸੋਚਣਾ ਪੈਣਾ ਵੀ ਸਾਡੀ ਇਕਨੋਮੀ ਕਿੱਥੇ ਨੂੰ ਜਾਊਗੀ। ਜਦੋਂ ਪੈਂਡੈਮਿਕ ਮੌਕਿਆ ਤੇ ਸਾਨੂੰ ਪਤਾ ਵੀ ਸਾਡੀ ਇਕਨੋਮੀ ਥੋੜਾ ਡੈਮੇਜ ਹੋਣਾ ਤੇ ਸਾਡੀ ਇਕਨੋਮੀ ਕਿੱਦਾਂ ਸਰਵਾਈਵ ਕਰੂਗੀ। ਸੋ ਜਿਹੜਾ ਅਸੀਂ ਅੱਜ ਅਨਾਉਂਸਮੈਂਟ ਕੀਤਾ $500 million $500 million ਦੀ ਅਨਾਉਂਸਮੈਂਟ ਕੀਤੀ ਆ, ਨਵਾਂ ਇਨੋਵੇਸ਼ਨ ਫੰਡ। ਇਹ ਫੰਡ ਆ ਜਿਹੜੀਆਂ ਕੰਪਨੀਜ਼ ਫੋਰ ਐਗਜ਼ਾਮਪਲ ਕਲਾਈਮੇਟ ਚੇਂਜ ਨੂੰ ਸੋਲੂਸ਼ਨ ਲੱਭ ਰਹੇ ਆ, ਔਰ ਜਿਹੜੇ ਨਵੇਂ ਡਰੱਗਸ ਐਂਡ ਵੈਕਸੀਨਸ ਦੀ ਰਿਸਰਚ ਕਰ ਰਹੇ ਆ ਆਪਣੇ ਪਬਲਿਕ ਨੂੰ ਸੇਫ ਕਰਨ ਲਈ, ਉਹ ਕੰਪਨੀਜ਼ ਅਪਲਾਈ ਕਰ ਸਕਦੇ ਆ ਤੇ ਅਸੀਂ ਉਹ ਕੰਪਨੀ ਦੇ ਵਿੱਚ ਸ਼ੇਅਰਸ ਲਵਾਂਗੇ ਐਜ਼ ਅ ਪਬਲਿਕ, ਸੋ ਦੈਟ ਜਦੋਂ ਉਹ ਕੰਪਨੀ ਸਕਸੈਸਫੁਲ ਹੋ ਗਈ ਤੇ ਉਹਨਾਂ ਦੇ ਪ੍ਰੋਫਿਟਸ ਆਉਣ ਲੱਗ ਪਏ, ਉਹ ਪ੍ਰੋਫਿਟ ਸਾਰੇ ਬ੍ਰਿਟਿਸ਼ ਕੋਲੰਬੀਅਨਸ ਨੂੰ ਸ਼ੇਅਰ ਕਰਾਂਗੇ। ਇਹ ਨਹੀਂ ਵੀ ਅਸੀਂ ਉਹਨਾਂ ਨੂੰ ਚੈੱਕ ਲਿਖ ਦਿੱਤੀ, ਉਹ ਪੈਸੇ ਬਣਾ ਲੈਣ ਤੇ ਕਿਤੇ ਹੋਰ ਚੱਲ ਜਾਣ। ਅਸੀਂ ਚਾਹੁੰਦੇ ਵੀ ਪੈਸੇ ਉਹਨਾਂ ਨੂੰ ਦੇਵਾਂਗੇ, ਉਹਨਾਂ ਨੂੰ ਚਾਹੀਦੇ ਅਸੀਂ ਦੇਵਾਂਗੇ, ਪਰ ਅਸੀਂ ਸ਼ੇਅਰਸ ਲੈਣੇ ਆ ਤੇ ਜਦੋਂ ਕੰਪਨੀ ਸਕਸੈਸਫੁਲ ਹੋਊਗੀ ਸਾਰਿਆਂ ਨੂੰ ਬੈਨੀਫਿਟ ਮਿਲੂਗਾ ਉਸ ਇਨਵੈਸਟਮੈਂਟ ਤੋਂ। ਮਿਸਟਰ ਕਾਲੂ, ਆਪਾਂ ਇੱਕ ਵਾਰੀ ਦੇਖਿਆ ਸੀ ਕਿ ਆਪਾਂ ਕਰਵ ਬੈਂਡ ਕਰ ਲਈ ਸੀ, ਮੁੜ ਕੇ ਦੁਬਾਰਾ ਅਸੀਂ ਲਗਭਗ ਉਸੇ ਸਿਚੁਏਸ਼ਨ ਦੇ ਵਿੱਚ ਆ ਗਏ ਜਿੱਥੇ ਅਸੀਂ ਲਾਸਟ ਈਅਰ ਲਗਭਗ ਇਹਨਾਂ ਦਿਨਾਂ ਵਿੱਚ ਸੀ। ਇਹਦਾ ਕਾਰਨ ਕੀ ਹੈ ਜੀ? ਉਹ ਦੇਖੋ ਦਵਿੰਦਰ ਜੀ, ਸਾਰਿਆਂ ਨੂੰ ਪਤਾ ਵੀ ਜਿਹੜੇ ਪੈਂਡੈਮਿਕ ਜਿਹੜਾ ਕੋਵਿਡ ਆ ਉਹ ਚੇਂਜ ਹੋ ਜਾਂਦਾ, ਨਵੇਂ ਵੇਰੀਐਂਟ ਆਈ ਜਾਂਦੇ ਆ। ਜਦੋਂ ਵੀ ਪਰਸਨ ਬਿਮਾਰ ਹੁੰਦਾ, ਉਹ ਜਿਹੜਾ ਵੇਰੀਐਂਟ ਆ, ਉਹ ਜਿਹੜੀ ਬਿਮਾਰੀ ਆ ਉਹ ਥੋੜੀ ਚੇਂਜ ਹੋ ਜਾਂਦੀ ਆ। ਸੋ ਸਾਨੂੰ ਇਹ ਫਿਕਰ ਹੈ ਜਿੰਨੀ ਚਿਰ ਅਸੀਂ ਪੀਪਲ ਨੂੰ ਵੈਕਸੀਨੇਟ ਨਹੀਂ ਕਰ ਸਕਦੇ, ਜਿੰਨੀ ਚਿਰ ਅਸੀਂ ਕੇਸ ਲੋ ਨੰਬਰ ਨਹੀਂ ਕਰ ਸਕਦੇ, ਹੋਰ ਚਾਂਸਸ ਹੈਗੇ ਆ ਵੀ ਉਹ ਜਿਹੜਾ ਵੇਰੀਐਂਟ ਆ, ਉਹ ਜਿਹੜਾ ਕੋਵਿਡ ਆ, ਉਹ ਚੇਂਜ ਹੋ ਜਾਵੇ। ਜੇ ਉਹ ਜ਼ਿਆਦਾ ਚੇਂਜ ਹੋ ਗਿਆ, ਜਿਹੜੇ ਸਾਡੇ ਵੈਕਸੀਨਸ ਨਹੀਂ ਇਫੈਕਟਿਵ ਹੋਣੇ। ਸੋ ਸਾਰੀ ਸੋਸਾਇਟੀ ਦੇ ਵਿੱਚ ਸਟ੍ਰੈਸ ਇਹ ਆ ਵੀ ਸਾਰੇ ਪਲੀਜ਼ ਆਪਣੇ ਸੈਲਫ ਨੂੰ ਸੇਫ ਰੱਖੋ। ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਕੰਸਟੀਚੂਐਂਟ ਹੈ ਮੇਰਾ, ਉਹਨਾਂ ਨੂੰ ਮੈਂ ਬਹੁਤ ਬੇਨਤੀ ਕੀਤੀ ਸੀ ਵੀ ਤੁਸੀਂ ਵੈਕਸੀਨੇਸ਼ਨ ਕਰ ਲਓ, ਉਹ 60 ਏਜ ਅਬਵ ਸੀ। ਮਹੀਨੇ ਪਹਿਲਾਂ ਤੁਹਾਨੂੰ ਪਤਾ ਵੀ ਵੈਕਸੀਨ ਤੁਸੀਂ ਫਾਰਮੇਸੀ ਤੋਂ ਲੈ ਸਕਦੇ ਸੀ, ਉਹ ਕਹਿੰਦੇ ਨਹੀਂ ਅਸੀਂ ਐਸਟਰਾਜ਼ੈਨੇਕਾ ਨਹੀਂ ਲੈਣੀ, ਅਸੀਂ ਉਹ ਫਾਈਜ਼ਰ ਲੈਣੀ ਹੈ, ਜਦੋਂ ਸਾਡਾ ਮੌਕਾ ਆਇਆ ਅਸੀਂ ਉਹ ਲੈ ਲਾਂਗੇ। ਹੁਣ ਉਹ ਸਾਰੀ ਫੈਮਿਲੀ ਕੋਵਿਡ ਨਾਲ ਬਿਮਾਰ ਆ, 2 ਪੀਪਲ ਉਹਨਾਂ ਦੇ ਹਸਪੀਟਲ 'ਚ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਲੀਜ਼ ਵੈਕਸੀਨ ਲਓ, ਆਪਣੀ ਪ੍ਰੋਟੈਕਸ਼ਨ ਕਰੋ, ਆਪਣੇ ਫਰੈਂਡਸ ਐਂਡ ਨੇਬਰਸ ਨੂੰ ਨਾ ਵਿਜ਼ਿਟ ਕਰੋ, ਅੰਦਰ ਨਾ ਵਿਜ਼ਿਟ ਕਰੋ, ਸੋ ਦੈਟ ਅਸੀਂ ਜਿਹੜੇ ਕੇਸਿਸ ਆ ਲੋਅਰ ਕਰ ਸਕੀਏ ਤੇ ਆਲਸੋ ਵੈਕਸੀਨਸ ਅਸੀਂ ਇਨਕਰੀਜ਼ ਕਰ ਸਕੀਏ, ਸੋ ਦੈਟ ਆਪਣੀ ਇਕਨੋਮੀ ਫਿਰ ਅਸੀਂ ਖੋਲ ਸਕਾਂਗੇ। ਅੱਛਾ ਮੈਨੂੰ ਇਹ ਦੱਸਿਓ, ਬੀਤੇ ਦਿਨੀ ਆਪਾਂ ਵੇਖਿਆ ਸੀ ਕਿ ਆਪਣੇ ਪ੍ਰੀਮੀਅਰ ਆਨਰੇਬਲ ਜੌਨ ਹੌਰਗਨ ਹੋਰਾਂ ਨੇ ਵੀ ਐਸਟਰਾਜ਼ੈਨੇਕਾ ਦੀ ਡੋਜ਼ ਲਈ। ਮੈਂ ਵੇਖ ਰਿਹਾ ਸੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ ਉਹਨਾਂ ਦੀ ਮਿਸਿਸ ਨੇ ਵੀ ਐਸਟਰਾਜ਼ੈਨੇਕਾ ਦੀ ਡੋਜ਼ ਲਈ। ਮੈਂ ਇਸੇ ਤਰ੍ਹਾਂ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਨ ਲੱਗ ਪਿਆ ਕਿ ਡਰਦੇ ਕਾਹਤੋਂ ਆ, ਜਿਹੜੀ ਤੁਹਾਨੂੰ ਟੀਕਾ ਮਿਲਦਾ, ਜਿਹੜੀ ਵੈਕਸੀਨ ਮਿਲਦੀ ਆ, ਲਵਾ ਲਓ। ਮੈਂ ਇਹ 2 ਉਦਾਹਰਨਾਂ ਵੀ ਦੇ ਦਿੱਤੀਆਂ ਕਿ ਸਾਡਾ PM ਤੇ ਉਹਨਾਂ ਦੀ ਮਿਸਿਸ ਨੇ ਉਹ ਲਈ, ਸਾਡੇ ਪ੍ਰੀਮੀਅਰ ਨੇ ਉਹ ਲਈ। ਤੇ ਮੈਨੂੰ ਸਵਾਲ ਆਇਆ ਕਿ ਤੁਹਾਨੂੰ ਪਤਾ ਕਿ ਪਹਿਲਾਂ ਉਹਨਾਂ ਦਾ ਤਾਂ ਚੈੱਕ ਹੋ ਗਿਆ ਹੋਣਾ ਕਿ ਉਹਨਾਂ ਨੂੰ ਕਿਤੇ ਐਲਰਜੀ ਤਾਂ ਨਹੀਂ ਇਸ ਦਵਾਈ ਤੋਂ,
ਇਹ ਵਹਿਮ ਦੂਰ ਕਰਿਓ ਜੀ। ਜਦੋਂ ਤੁਹਾਨੂੰ ਟੀਕਾ ਲੱਗਦਾ ਜਾਂ ਕਿਸੇ ਮਿਨਿਸਟਰ ਨੂੰ ਲੱਗਦਾ, ਪ੍ਰਾਈਮ ਮਿਨਿਸਟਰ ਨੂੰ ਲੱਗਦਾ ਕਿ ਪਹਿਲਾਂ ਸੱਚੀ ਚੈੱਕ ਕਰ ਲੈਂਦੇ ਕਿ ਇਹਨਾਂ ਨੂੰ ਇਹ ਦੇ ਦਈਏ ਕਿ ਨਾ। ਦਵਿੰਦਰ ਜੀ ਦੇਖੋ, ਚਲੋ ਮੈਂ ਪ੍ਰਾਈਮ ਮਿਨਿਸਟਰ ਤੇ ਪ੍ਰੀਮੀਅਰ ਦੇ ਲੈਵਲ ਤੇ ਨਹੀਂ ਆ, ਪਰ ਮੈਨੂੰ ਵੀ ਐਸਟਰਾਜ਼ੈਨੇਕਾ ਵੈਕਸੀਨ ਮਿਲੀ ਹੈ ਲਾਸਟ ਫਰਾਈਡੇ। ਮੈਂ ਆਨਲਾਈਨ ਬੁੱਕ ਕੀਤਾ ਜਿੱਦਾਂ ਬਾਕੀ ਕਰਦੇ ਆ। ਮੈਂ ਡਰਾਈਵ ਥਰੂ ਤੇ ਗਿਆ, ਉਹਨਾਂ ਨੇ ਡੋਰ ਖੋਲਿਆ, ਉਹਨਾਂ ਨੇ ਪੁੱਛਿਆ ਨਹੀਂ ਵੀ ਤੂੰ ਮਿਨਿਸਟਰ ਆ ਤੇ ਕੋਈ ਹੋਰ ਆ। ਮੇਰਾ ਮਾਸਕ ਲੱਗਾ ਸੀ, ਉਹਨਾਂ ਨੇ ਟੀਕਾ ਲਾਇਆ, ਕਹਿੰਦੇ ਥੈਂਕ ਯੂ ਵੈਰੀ ਮਚ, 15 ਮਿੰਟ ਵੇਟ ਕਰਕੇ ਘਰ ਨੂੰ ਚੱਲ ਜਾਓ। ਸੋ ਇਹ ਕੈਨੇਡਾ ਵਿੱਚ ਸਾਡਾ ਵਧੀਆ ਚੀਜ਼ ਇਹ ਆ ਵੀ ਸਾਡਾ ਸਿਸਟਮ ਇਹ ਨਹੀਂ ਦੇਖਦਾ ਵੀ ਇਹ ਮਿਨਿਸਟਰ ਬੈਠਾ, ਪ੍ਰੀਮੀਅਰ ਬੈਠਾ, ਪ੍ਰਾਈਮ ਮਿਨਿਸਟਰ ਬੈਠਾ। ਇਹ ਕਹਿੰਦੇ ਵੀ ਤੁਸੀਂ ਹੈਲਥ ਕੇਅਰ ਪੇਸ਼ੈਂਟ ਆ ਤੇ ਤੁਹਾਨੂੰ ਸਰਵਿਸ ਮਿਲੇ। ਤੇ ਦੇਖੋ ਅਗਲੇ ਦਿਨ ਮੈਨੂੰ ਥੋੜੀ ਹੈਡੇਕ ਹੋਈ ਸੀ, ਮੈਂ ਇੱਕ ਆਈਬੂਪ੍ਰੋਫਨ ਖਾਧੀ ਤੇ no problems। ਸੋ ਅਗੇਨ ਇਹ ਰੂਮਰਸ ਬਹੁਤ ਜਾਂਦੇ ਆ ਦਵਿੰਦਰ ਜੀ, ਤੁਹਾਨੂੰ ਪਤਾ, ਤੇ ਹਾਫ ਤੁਹਾਡੀ ਜੌਬ ਹੈ ਵੀ ਰੂਮਰਸ ਕਰੈਕਟ ਕਰਨ ਦੀ, ਤੇ ਮੇਰੀ ਵੀ ਹਾਫ ਜੌਬ ਇਹ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਸੇਫ ਆ। ਓਵਰ 20 ਮਿਲੀਅਨ ਡੋਸਸ ਵਰਲਡ ਵਿੱਚ ਐਸਟਰਾਜ਼ੈਨੇਕਾ ਦਾ ਜਾ ਹਟਿਆ। 70 ਕੇਸਿਸ ਓਨਲੀ ਆਏ ਆ ਜਿੱਥੇ ਕੋਈ ਹੈਲਥ ਇਸ਼ੂ ਆਇਆ, ਤੇ ਉਹ ਈਵਨ 70 ਕੇਸਿਸ ਦਾ ਮੈਜੋਰਿਟੀ ਪੀਪਲ ਨੂੰ ਦਵਾਈ ਲੈ ਕੇ ਠੀਕ ਹੋ ਗਏ। ਸੋ ਵੈਰੀ ਮਾਈਨਰ ਇਸ਼ੂ ਆ। ਪਰ ਜੇ ਤੁਹਾਨੂੰ ਕੋਵਿਡ ਮਿਲ ਗਿਆ, ਤੁਹਾਨੂੰ ਹਸਪੀਟਲ ਜਾਣਾ ਪਿਆ, ਆਈਸੀਯੂ ਜਾਣਾ ਪਿਆ, ਫਿਰ ਤੁਸੀਂ ਦੇਖੋ ਵੀ ਤੁਹਾਡੇ ਓਪਰਚੁਨਿਟੀਜ਼ ਕੀ ਹੈ ਤੇ ਕੀ ਹੋ ਸਕਦਾ, ਤੇ ਰਿਸਕ ਨਹੀਂ ਟੇਕ ਕਰਨਾ ਚਾਹੀਦਾ ਜੀ। ਤੇ ਮੈਂ ਬਹੁਤ ਹੈਪੀ ਹਾਂ ਵੀ ਤੁਸੀਂ ਵੀ ਕਲੀਅਰ ਅਪ ਕਰ ਰਹੇ ਹੋ ਇਹ ਇਸ਼ੂ। ਬਿਲਕੁਲ। ਮੈਂ ਤਾਂ ਇੱਕ ਹੋਰ ਵੀ, ਸ਼ਾਇਦ ਮੈਂ ਗਲਤ ਵੀ ਹੋਵਾਂ ਜੀ, ਕਰੈਕਟ ਕਰ ਸਕਦੇ ਹੋ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਦੇਖੋ ਇੱਥੋਂ ਦਾ ਹੈਲਥ ਸਿਸਟਮ ਹੈ, ਉਹ ਇਹ ਕਹਿੰਦਾ ਹੈ ਕਿ ਕੋਈ ਬਿਮਾਰ ਨਾ ਹੋਵੇ, ਇਸ ਕਰਕੇ ਵੈਕਸੀਨੇਸ਼ਨ ਹੋ ਰਹੀ ਹੈ। ਕਦੇ ਕੋਈ ਸਰਕਾਰ ਇਹ ਚਾਹੂਗੀ ਕਿ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਰਹਿਣਾ ਸੀ ਉਹਦਾ ਟੀਕਾ ਲਾ ਦਈਏ ਤੇ ਹੈਲਥ ਕੇਅਰ ਤੇ ਵਜ਼ਨ ਪਾ ਦਈਏ? ਕਦੇ ਵੀ ਨਹੀਂ ਚਾਹੂ ਕੋਈ। ਚੰਗੇ ਭਲੇ ਤੇ ਟੀਕਾ ਲਾ ਕੇ ਉਹਨੂੰ ਹਸਪਤਾਲ 'ਚ ਭੇਜ ਦਈਏ ਤਾਂ ਹੋ ਨਹੀਂ ਸਕਦਾ ਨਾ। ਸਰਕਾਰ ਚਾਹੁੰਦੀ ਹੋਵੇ ਕਿ ਅਸੀਂ ਹੈਲਥ ਕੇਅਰ ਤੇ ਹੋਰ ਵਜ਼ਨ ਵਧਾ ਲਈਏ। ਸੋ ਹੁਣ ਜਾਣ ਤੋਂ ਪਹਿਲਾਂ ਮੈਨੂੰ ਪਤਾ ਕਿ ਤੁਹਾਡੀਆਂ ਬੈਕ ਟੂ ਬੈਕ ਮੀਟਿੰਗਸ ਨੇ। ਜਾਣ ਤੋਂ ਪਹਿਲਾਂ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ, ਭਾਵੇਂ ਉਹ ਬ੍ਰਿਟਿਸ਼ ਕੋਲੰਬੀਆ ਨੇ ਜਾਂ ਕੈਨੇਡਾ ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਵੇਖ ਰਹੇ ਨੇ, ਕਿਉਂਕਿ ਇਸ ਪੈਂਡੈਮਿਕ ਨੇ ਸਾਨੂੰ ਇੱਕ ਦੂਸਰੇ ਦੇ ਨਾਲ ਜਿੱਥੇ ਜਿਉਣਾ ਸਿਖਾ ਦਿੱਤਾ ਹੈ, ਆ ਟੈਕਨੋਲੋਜੀ ਨੇ। ਨਹੀਂ ਤਾਂ ਆਪਣੀ ਇਹ ਮੀਟਿੰਗ ਜੇ ਹੋਣੀ ਸੀ, ਮੁਲਾਕਾਤ ਕਰਨੀ ਸੀ, ਤੁਸੀਂ ਸਟੂਡੀਓ 'ਚ ਆਉਣਾ ਸੀ ਇਨ ਪਰਸਨ, ਜਾਂ ਅਸੀਂ ਤੁਹਾਡੇ ਕੋਲ ਆਉਂਦੇ। ਸੋ ਅਸੀਂ ਹੁਣ ਗਲੋਬਲੀ ਵਿਲੇਜ ਦੇ ਤੌਰ ਤੇ ਇੱਕ ਦੂਸਰੇ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਕੋਵਿਡ ਤੋਂ ਆਪ ਕਿਵੇਂ ਬਚੀਏ ਤੇ ਹੋਰਨਾਂ ਨੂੰ ਕਿਵੇਂ ਬਚਾਈਏ? ਦਵਿੰਦਰ ਜੀ ਦੇਖੋ, ਇਹ ਪੈਂਡੈਮਿਕ ਨੇ ਸਾਨੂੰ ਇਹ ਸਿਖਾਇਆ ਵੀ ਇਹ ਨਹੀਂ ਵੀ ਤੁਸੀਂ BC 'ਚ ਰਹਿੰਦੇ ਆ ਤੇ ਕੋਈ ਇੰਡੀਆ ਰਹਿੰਦਾ ਤੇ ਕੋਈ ਚਾਈਨਾ 'ਚ ਰਹਿੰਦਾ, ਕੋਈ ਇੰਗਲੈਂਡ 'ਚ ਰਹਿੰਦਾ। ਅਸੀਂ ਸਾਰੇ ਕਨੈਕਟਡ ਆ ਜੀ। ਇਹ ਕੋਵਿਡ ਕਿੱਥੇ ਸ਼ੁਰੂ ਕਿੱਥੇ ਹੋਇਆ, ਵੇਰੀਐਂਟ ਕਿੱਥੋਂ ਹੋਇਆ, ਕਿੱਥੇ ਚੇਂਜ ਹੋ ਗਿਆ, ਇੱਥੇ ਆ ਕੇ ਕੁਝ ਹੋਰ ਬਣ ਗਿਆ। ਅਸੀਂ ਸਾਰੇ ਵਰਲਡ ਵਿੱਚ ਕਨੈਕਟਡ ਆ, ਤੇ ਓਨਲੀ ਸੋਲੂਸ਼ਨ ਇਹ ਆ ਵੀ ਅਸੀਂ ਹੁਣ ਮਾਸ ਵੈਕਸੀਨੇਸ਼ਨ ਕਰੀਏ, ਪੀਪਲ ਨੂੰ ਪ੍ਰੋਟੈਕਸ਼ਨ ਕਰੀਏ, ਉਹਨਾਂ ਦੀ ਬਾਡੀਜ਼ ਨੂੰ ਤਿਆਰੀਆਂ ਕਰੀਏ, ਸੋ ਦੈਟ ਸਾਡੇ ਹੈਲਥ ਕੇਅਰ ਦੇ ਸਿਸਟਮ ਤੇ ਬਰਡਨ ਨਾ ਹੋਵੇ। ਹੋਰ ਕੋਈ ਫਾਇਦਾ ਨਹੀਂ ਕਿਸੇ ਦਾ, ਕੋਈ ਹੋਰ ਬੈਨੀਫਿਟ ਨਹੀਂ ਆ। ਸਾਨੂੰ ਇਹ ਬੈਨੀਫਿਟ ਆ ਵੀ ਸਾਡਾ ਪਬਲਿਕ ਸੇਫ ਹੋ ਜਾਣ, ਸੋ ਦੈਟ ਆਪਣੀ ਇਕਨੋਮੀ ਅਸੀਂ ਖੋਲ ਲਈਏ ਤੇ ਪੀਪਲ ਆਪਣੀ ਨੋਰਮਲ ਲਾਈਫ ਫੇਰ ਲਿਵ ਕਰ ਲੈਣ। ਸੋ ਸਾਡਾ ਮੇਨ ਫੋਕਸ ਇਹ ਆ। ਤੇ ਰਵਿੰਦਰ ਜੀ ਮੈਂ ਬਹੁਤ ਹੀ ਅਪਰੀਸ਼ੀਏਟ ਹਾਂ ਤੁਹਾਡਾ, ਤੁਸੀਂ always ਕਰੈਕਟ ਇਨਫੋਰਮੇਸ਼ਨ ਪਬਲਿਕ ਨੂੰ ਦੇ ਰਹੇ ਹੋ, ਤੇ ਪਲੀਜ਼ ਇਨਕਰੇਜ ਕਰਨਾ ਸਾਰਿਆਂ ਨੂੰ ਵੀ ਆਪਣੀ ਵੈਕਸੀਨੇਸ਼ਨ ਲਓ, ਤੇ ਸਾਡੀ ਜਿਹੜਾ ਪੈਂਡੈਮਿਕ ਆ, ਜਿਹੜਾ ਕਰਵ ਆ, ਅਸੀਂ ਇਕੱਠੇ ਹੋ ਕੇ ਬੈਂਡ ਕਰੀਏ ਜੀ। ਸੋ ਮਿਨਿਸਟਰ ਕਾਹਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਜਾਂ ਕੋਈ ਹੋਰ ਪ੍ਰੋਗਰਾਮ ਹੋਏ, ਜ਼ਰੂਰ ਅਸੀਂ ਚਾਹਾਂਗੇ ਕਿ ਸਮੇਂ-ਸਮੇਂ ਤੇ ਆਉਂਦੇ ਰਹੋ ਤੇ ਦਰਸ਼ਕਾਂ ਤੱਕ ਜਾਣਕਾਰੀ ਦਿੰਦੇ ਰਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਮਿਨਿਸਟਰ ਰਵੀ ਕਾਹਲੋਂ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨੇ ਹਾਲ ਹੀ ਵਿੱਚ BC ਨਿਵਾਸੀਆਂ ਵਾਸਤੇ ਕਿਹੜੇ-ਕਿਹੜੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ, ਪੁਖਤਾ ਲੱਗੀ ਹੋਏਗੀ। ਜੇ ਚੰਗੀ ਲੱਗੀ ਹੈ, ਪੁਖਤਾ ਲੱਗੀ ਹੈ, ਕਿਰਪਾ ਕਰਕੇ ਅੱਗੇ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਲੋਕ ਕੱਚੇ ਵੀ ਰਹਿੰਦੇ ਹੈ, ਜਿਹੜੇ ਵਿਜ਼ਟਰ ਵੀ ਆਏ ਹੋਏ ਹੈ, ਉਹ ਵੀ ਇਸ ਝਿਜਕ ਵਿੱਚ ਨਾ ਕਿਤੇ ਰਹਿਣ ਕਿ ਸਾਨੂੰ ਟੀਕੇ ਨਹੀਂ ਲੱਗਣੇ। ਆਓ ਅੱਜ ਦੇ ਸਮੇਂ ਦੀ ਸਮਾਪਤੀ ਕਰੀਏ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।